ਨਾਮ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਮੰਗੋ ਦੇਹੋ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਔਚੌ ਕੁੰਡ ਮਾਨੈ। परम सम्मानयोग जोग जुगटल चावर शतक दे मालक, बाणी गुरु सबद गुरु सचे पिता वाहिगुरु। हजूरे अनबड़ दीने लाही हलत बदन दे राखे, पोथी परमेश्वर का थान गुरता गद्दी ते विराजमान। ज्ञान दे सागर गुणां दे समुंदर सचे पिता वाहिगुरु श्री गुरु ग्रंथ साहिब जी महाराज जी दे महान पवित्र सोहने दरबार विच अपने दुनिया भी कम्मा कारजां तों समा कढ के सतगुरां दी असीस लैण वास्ते जुड़े बैठे गुरमुख वडभागे हो। बहुत ही प्यार सत्कार नाल बहुत ही सत्कारयोग जथे बसों आपां इलाही बाणी का कीर्तन सरवण कीता है। विचार आपां सरवण कीते हैं कि रहनी रहे सोई सिख मेरा, ओ साहिब मैं उसका चेहरा। सो आओ इन्हां विचारां दी टेक मुख रखे गुरमत विचारां नाल अपना मन जोड़िए। विचार आरंभ करन तो पहला फतेह प्रवान करो जी। वाहिगुरु जी का खालसा वाहिगुरु जी की फतेह। गुरु प्यारी साध संगत, दुनिया दे विच धर्म बहुत हैं, संसार दे भी धार्मिक विचारां भी बड़ियां हैं, दुनिया दे भी धार्मिक रीति रिवाज भी बड़े हैं। पर असीं बहुत ही माण नाल इह गल कह सकते हैं, गुर जैसा नाही को देव, जिस मस्तक भाग सुलागा सेव। ये पावन वचन गुरु अर्जन देव जी महाराज ने इस वास्ते उच्चारण किए। कहन लगे, हे मनुख, हे प्राणी, हे जीव, हे इंसान, जेकर चाहुंदा है कि मेरी जिंदगी सुखाली ते सुहेली बन सके, मेरा संसार दे विच आया कबूल हो जाए, ते गुरु दे नाल जुड़। साध संगत, गुरु दे नाल जुड़ना एक वखरी गल है। गुरु महाराज की गल नूं अपनी जिंदगी ते भी कमाना एक वखरी गल है। संसार दे विच जदों असीं निरंकार दी इबादत, अकाल पुरख वाहिगुरु की भगती बंदगी की गल करते हैं, हुणे ही असीं सबद सरवण कीता है। जप मन मेरे एको नाम, जी तेरे है आवे काम। ये ख्याल रखना, गुरु ग्रंथ साहिब जी दे विच एक वारी नहीं अनेकां वारी इस गल का जिक्र किया है कि हे मना तो वाहिगुरु का नाम सिमरन कर, वाहिगुरु की भगती अकाल पुरख की इबादत कर। क्योंकि गुरु प्यारी साध संगत सतगुरु जी के चरणों नाल आप जी जुड़े बैठे हो। सच्चाई यही है, जिंदगी दे विच मेरे सतगुरु ने पुकार पुकार के बेनतियां कीतियां हैं। जदों तक साडा मन किसी भी काम दे विच नहीं लगता, वो काम साडा सफला नहीं हो सकता।
ਇਸੇ ਕਰਕੇ ਗੁਰਬਾਣੀ ਦੇ ਵਿੱਚ ਪੁਕਾਰ ਕੇ ਮਨ ਨੂੰ ਇਹ ਗੱਲ ਆਖੀ ਹੈ, ਮਨਾ ਤੂੰ ਵਾਹਿਗੁਰੂ ਦਾ ਨਾਮ ਜਪ। ਕਿੰਨੇ ਪਿਆਰੇ ਬੋਲ ਆਪ ਜੀ ਪੜ੍ਹਦੇ ਹੋ, ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਨੂੰ ਖੋਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨ। ਕਿਉਂਕਿ ਸਾਧ ਸੰਗਤ ਜਦੋਂ ਸਾਡਾ ਮਨ ਤਿਆਰ ਹੋ ਜਾਵੇਗਾ, ਜਦੋਂ ਸਾਡੇ ਮਨ ਦਾ ਵੇਸ਼ ਬਣ ਜਾਏਗਾ, ਤਾਂ ਹੀ ਸਾਡੀ ਜ਼ਿੰਦਗੀ ਦੇ ਵਿਚਾਰਾਂ ਦਾ ਇੱਕ ਮਹਿਲ ਖੜਾ ਹੋ ਸਕਦਾ ਹੈ। ਜੇਕਰ ਮਨ ਦੀ ਨੀਂਹ ਮਜ਼ਬੂਤ ਨਹੀਂ, ਪੜ੍ਹੇ ਲਿਖੇ ਸੂਝਵਾਨ ਬੈਠੇ ਹੋ, ਕਦੇ ਵਿਚਾਰ ਕਰਕੇ ਵੇਖਣਾ, ਅਸੀਂ ਜ਼ਿੰਦਗੀ ਦੇ ਵਿੱਚ ਆਪਣੇ ਮਨ ਨੂੰ ਹੀ ਮਜ਼ਬੂਤ ਨਹੀਂ ਕਰ ਪਾਉਂਦੇ। ਕਿਉਂਕਿ ਵੇਖੋ, ਰਹਿਣੀ ਦੇ ਵਿੱਚ ਰਹਿਣਾ, ਮਰਜ਼ਾਦਾ ਦੇ ਵਿੱਚ ਰਹਿਣਾ, ਅਸੂਲਾਂ ਦੇ ਵਿੱਚ ਰਹਿਣਾ ਹਰ ਮਨੁੱਖ ਦੇ ਵਾਸਤੇ ਲਾਜ਼ਮੀ ਹੈ। ਦੁਨਿਆਵੀ ਤੌਰ ਤੋਂ ਵੀ ਜਦੋਂ ਕੋਈ ਅਸੂਲ ਤੋੜਦਾ ਹੈ, ਤੁਸੀਂ ਸਭ ਕੁਝ ਸਮਝਦੇ ਹੋ, ਉਹਦੇ ਉੱਤੇ ਉਹਨੂੰ ਸਜ਼ਾ ਵੀ, ਦੁਨਿਆਵੀ ਤੌਰ ਤੋਂ ਪੈਨਲਟੀ ਵੀ, ਜਾਂ ਦੁਨਿਆਵੀ ਤੌਰ ਤੋਂ ਜੁਰਮਾਨੇ ਵੀ ਭੁਗਤਣੇ ਪੈਂਦੇ ਹਨ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸੰਸਾਰ ਦੇ ਲੋਕੋ, ਮੇਰਾ ਜੀਵਨ ਖੁੱਲੀ ਕਿਤਾਬ ਹੈ, ਮੇਰੇ ਕੋਲ ਲੁਕਾਉਣ ਵਾਸਤੇ ਕੁਝ ਵੀ ਨਹੀਂ। ਅਰੇ ਦੁਨੀਆ ਦੇ ਲੋਕੋ, ਮੈਂ ਆਪਣੀ 42 ਸਾਲ ਦੀ ਉਮਰ ਵਿੱਚ ਜੋ ਤੁਹਾਡੇ ਵਾਸਤੇ ਕੁਝ ਕੀਤਾ, ਕਲਮਾਂ ਵੀ ਰੁਕ ਜਾਂਦੀਆਂ ਹਨ। ਇਹ ਸੰਸਾਰ ਦੇ ਕਾਮ ਮਨੁੱਖ ਦੀ ਜਵਾਨ ਵੀ ਤੁਤਲਾਉਂਦੀ ਹੈ, ਕਲਮ ਵੀ ਰੁਕ ਜਾਂਦੀ ਹੈ। हे ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ, ਸਾਡੀ ਸਮੂਹ ਸੰਗਤਾਂ ਦੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਸਾਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਮਤਲਬ ਸਮਝਾਓ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਵੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੁਕਾਰ ਕੇ ਕੋਲ ਸਮਝਾ ਰਹੀ ਕਿ ਇਨਸਾਨ ਆਪਣੀ ਜ਼ਿੰਦਗੀ ਨੂੰ ਸਵਾਲ ਲੈ, ਅਸੂਲਾਂ ਦੇ ਵਿੱਚ ਰਹਿ। ਕਿਉਂਕਿ ਜਿਹੜਾ ਬੰਦਾ ਅਸੂਲਾਂ ਦੇ ਵਿੱਚ ਰਹੇਗਾ, ਇਤਿਹਾਸ ਤੁਹਾਡੇ ਸਾਹਮਣੇ ਹੈ, ਉਹ ਕਦੇ ਵੀ ਜ਼ਿੰਦਗੀ ਦੇ ਵੀ ਪਰੇਸ਼ਾਨ ਨਹੀਂ ਹੋਵੇਗਾ। ਇਹ ਸਬਕ ਤੁਹਾਨੂੰ ਕਈਆਂ ਨੂੰ ਯਾਦ ਹੋਵੇਗਾ, ਤਾਤੀ ਵਾਓ ਨ ਲਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਭਾਈ। ਅਸੀਂ ਸਮਾਪਤੀ ਇਸੇ ਵਿਸ਼ੇ ਨੂੰ ਲੈ ਕੇ ਨਾਲ ਚੱਲਦੇ ਰਹਿਣਾ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ। ਇੱਥੇ ਖਿਆਲ ਰੱਖਣਾ, ਸਬਕ ਤੁਹਾਡੇ ਸਾਹਮਣੇ ਆ ਰਿਹਾ ਕਿ ਚੌਗਿਰਦ ਹਮਾਰੇ ਰਾਮ ਕਾਰ ਦਾ ਭਾਵ ਮਰਜ਼ਾਦਾ ਦੀ ਲਕੀਰ। ਇਤਿਹਾਸ ਤੁਹਾਡੇ ਸਾਹਮਣੇ ਅਸੀਂ ਪੜ੍ਹਦੇ ਹਾਂ। ਜੇਕਰ ਉਸ ਲਕੀਰ ਨੂੰ ਸੀਤਾ ਮਾਤਾ ਉਸ ਲਕੀਰ ਨੂੰ ਨਾ ਲੰਘਦੇ ਤੇ ਰਾਵਣ ਦੀ ਹਿੰਮਤ ਨਹੀਂ ਸੀ ਉਹਨਾਂ ਨੂੰ ਆਪਣੇ ਨਾਲ ਲੈ ਜਾਂਦਾ। ਸੱਚਾਈ ਹੈ, ਅੱਜ ਵੀ ਬੜੇ ਰਾਵਣ ਬੈਠੇ ਹਨ। ਜ਼ਿੰਦਗੀ ਦੇ ਵਿੱਚ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਰਾਮ ਕਾਲ ਦੇ ਵਿੱਚ ਰਹਿ, ਮਰਜ਼ਾਦਾ ਦੇ ਵਿੱਚ ਰਹਿ, ਨਹੀਂ ਤਾਂ ਕਦੇ ਕਾਮ ਵਰਗਾ ਰਾਵਣ ਆਏਗਾ, ਕਦੇ ਕ੍ਰੋਧ ਵਰਗਾ ਰਾਵਣ ਆਏਗਾ, ਤੇਰੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦੇਵੇਗਾ। ਸੋ ਖਿਆਲ ਰੱਖਣਾ, ਹਰ ਗੱਲ ਦੇ ਦੋ ਪੱਖ ਹੁੰਦੇ ਹਨ। ਗੁਰਬਾਣੀ ਦੋ ਪੱਖ ਲੈ ਕੇ ਚੱਲਦੀ ਹੈ। ਗੁਰਬਾਣੀ ਦੇ ਵਿੱਚ ਇਤਿਹਾਸ ਵੀ ਹੈ, ਗੁਰਬਾਣੀ ਦੇ ਵਿੱਚ ਸਿੱਖਿਆ ਵੀ ਹੈ। ਸੋ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਤਾਤੀ ਵਾਓ ਨਾ ਲੱਗੇ, ਕਹਿਣ ਲੱਗੇ ਤੈਨੂੰ ਤੱਤੀ ਹਵਾ ਵੀ ਪਾਓ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜ਼ਿੰਦਗੀ ਵਿੱਚ ਨਹੀਂ ਆਏਗੀ ਜੇਕਰ ਤੂੰ ਆਪਣੇ ਵਾਹਿਗੁਰੂ ਦੀ ਸ਼ਰਨ ਨਾਲ ਜੁੜਾ ਰਹੇਗਾ, ਜੇਕਰ ਵਾਹਿਗੁਰੂ ਦੇ ਨਾਲ ਜੁੜਾ ਰਹੇਗਾ। ਕਿਉਂਕਿ ਵੇਖੋ ਸਾਧ ਸੰਗਤ, ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ, ਜੁੜਨਾ ਤੇ ਜ਼ਿੰਦਗੀ ਦੇ ਵਿੱਚ ਗੁਰੂ ਦੀ ਗੱਲ ਨੂੰ ਮੰਨਣਾ, ਇਹ ਸੰਸਾਰ ਦੇ ਵਿੱਚ ਰਹਿਣੀ ਵਿੱਚ ਰਹਿਣਾ, ਆਪਣੇ ਆਪੇ ਨੂੰ ਅਸੂਲਾਂ ਦੇ ਵਿੱਚ ਰੱਖਣਾ ਇੱਕ ਬਹੁਤ ਵੱਡੀ ਗੱਲ ਹੈ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੈ ਨਾ ਭਾਈ। ਕਹਿਣ ਲੱਗੇ ਭਾਈ, ਗੁਰੂ ਦੀ ਮਰਜ਼ਾਦਾ ਵਿੱਚ ਰਹਿ, ਜੋ ਗੁਰੂ ਕਹਿੰਦਾ ਹੈ ਉਸ ਗੱਲ ਨੂੰ ਜ਼ਿੰਦਗੀ ਦੇ ਵਿੱਚ ਅਪਣਾ
ਗੋਬਿੰਦ ਸਿੰਘ ਜੀ ਮਹਾਰਾਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਆਵਾਜ਼ ਮਾਰਦੇ ਹਨ ਕਿ ਮੈਨੂੰ ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਭਾਉ ਮੈਨੂੰ ਇੱਕ ਸਿਰ ਚਾਹੀਦਾ ਹੈ। ਤੁਸੀਂ ਵੇਖ ਲਓ ਭਾਈ ਦਇਆ ਰਾਮ ਜੀ ਲਾਹੌਰ ਨਿਵਾਸੀ ਸਤਿਗੁਰੂ ਜੀ ਦੇ ਸਨਮੁਖ ਆਏ, ਕਹਿਣ ਲੱਗੇ ਦੀਨ ਦੁਨੀਆ ਦੇ ਮਾਲਕਾ, ਮੈਂ ਤਾਂ ਕਦੇ ਸੁਪਨੇ ਦੇ ਵਿੱਚ ਵੀ ਇਹ ਚੀਜ਼ਾਂ ਨਹੀਂ ਸੀ ਸੁਣੀਆਂ, ਪਰ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਆਪਣੇ ਆਪੇ ਨੂੰ ਅਰਪਣ ਕਰਦਾ ਹਾਂ, ਕਿਉਂਕਿ ਮੈਨੂੰ ਹੁਣ ਸੋਝੀ ਪੈਣ ਲੱਗੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ, ਮੈਂ ਉਸ ਦਾ ਚਿਹਰਾ। ਤੁਸੀਂ ਵੇਖੋ ਜਦੋਂ ਪਹਿਲਾਂ ਦਇਆ ਰਾਮ ਤੋਂ ਦਇਆ ਸਿੰਘ ਬਣ ਗਏ, ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਪੁਕਾਰ ਕੇ ਬੇਨਤੀਆਂ ਕੀਤੀਆਂ ਹਨ, ਦਇਆ ਦੇ ਰੰਗ ਵਿੱਚ ਹੀ ਧਰਮ ਪੈਦਾ ਹੈ। ਜਿੱਥੇ ਧਰਮ ਹੋਵੇਗਾ ਉੱਥੇ ਹਿੰਮਤ ਆ ਜਾਂਦੀ ਹੈ। ਜਦੋਂ ਹਿੰਮਤ ਆ ਜਾਏ ਤੇ ਬੰਦਾ ਫਿਰ ਕਹਿ ਦਿੰਦਾ ਹੈ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਗੱਲ ਚੱਲ ਰਹੀ ਹੈ ਰਹਿਣੀ ਰਹਿ ਸੋਈ ਸਿੱਖ ਮੇਰਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਹਨ, ਕਹਿਣ ਲੱਗੇ ਮੈਂ ਤੁਹਾਡੇ ਵਾਸਤੇ ਆਪਣੇ ਪਿਤਾ ਨੂੰ ਵਾੜ ਦਿੱਤਾ, ਆਪਣੇ ਸਰਵੰਸ ਨੂੰ ਵਾੜ ਦਿੱਤਾ, ਤੁਹਾਡੇ ਕੋਲ ਮੈਂ ਅਜੇ ਤੱਕ ਕੁਝ ਮੰਗਿਆ ਨਹੀਂ, ਅਰੇ ਤੁਹਾਨੂੰ ਮੈਂ ਇੰਨਾ ਵੱਡਾ ਰੁਤਬਾ ਦਿੱਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ, ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਕਦੇ ਵਿਚਾਰ ਕਰਕੇ ਵੇਖੋ, ਜਦੋਂ ਦੁਨੀਆ ਦੀ ਦੌੜ ਤੋਂ ਕੋਈ ਵੀ ਮਾਂ ਬਾਪ ਹੋਵੇ, ਜਦੋਂ ਉਹਦੇ ਬੱਚੇ ਨੂੰ ਕੋਈ ਦੁੱਖ ਤਕਲੀਫ ਹੋਵੇ, ਬੜਾ ਆਪਣੇ ਮਾਂ ਬਾਪ ਨੂੰ ਬੜਾ ਦੁੱਖ ਹੁੰਦਾ ਹੈ। ਸੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਭਾਈ ਅਸੂਲਾਂ ਦੇ ਵਿੱਚ ਰਹੋ, ਗੁਰੂ ਦੀ ਗੱਲ ਨੂੰ ਹਿਰਦੇ ਦੇ ਵਿੱਚ ਵਸਾਓ, ਔਰ ਸੰਸਾਰ ਦੇ ਵਿੱਚ ਰਹਿ ਕੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਹਰੀ ਦਾ ਜੇ ਤੂੰ ਮੇਰਾ ਹੋਏ ਰਹਿ ਤਾਂ ਸਭ ਜਗ ਤੇਰਾ। ਕਿਉਂਕਿ ਜਦੋਂ ਅਸੀਂ ਮੰਗਲਾ ਚਰਨ ਪੜ੍ਹਿਆ ਸੀ ਨਾ, ਉਹਦੇ ਵਿੱਚ ਵੀ ਇਹ ਗੱਲ ਕੀਤੀ ਸੀ। ਸੋ ਇੱਥੇ ਭਗਤ ਫਰੀਦ ਸਾਹਿਬ ਜੀ ਨੇ ਕੀ ਬਖਸ਼ਿਸ਼ ਕੀਤੀ, ਆਪਣੇ ਆਪੇ ਨੂੰ ਸਵਾਰੋ, ਕਿਸੇ ਨੂੰ ਸਵਾਰਨ ਦੀ ਲੋੜ ਨਹੀਂ। ਕਿਉਂਕਿ ਮੈਂ ਫਿਰ ਬੇਨਤੀ ਕਰਾਂ, ਜ਼ਿੰਦਗੀ ਦੇ ਵਿੱਚ ਦੋ ਗੱਲਾਂ ਬੜੀਆਂ ਸੌਖੀਆਂ ਹਨ, ਕਿਸੇ ਨੂੰ ਸਲਾਹ ਦੇਣੀ ਤੇ ਕਿਸੇ ਦੇ ਵੀ ਕਮੀ ਕੱਢ ਦੇਣੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਆਪਣੀ ਜ਼ਿੰਦਗੀ ਨੂੰ ਸੰਭਾਲ ਲਓ, ਆਪਣੇ ਆਪੇ ਨੂੰ ਸੁਧਾਰ ਲਓ, ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਿਆ ਕਰੋ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਅਸੀਸਾਂ ਦਿਓ। ਅਸੀਂ ਸਿੱਖ ਹਾਂ, ਸਿੱਖ ਦਾ ਭਾਵ ਅਸੀਂ ਸਿੱਖਿਆਰਥੀ ਹਾਂ, ਅਸੀਂ ਸਿੱਖਣ ਦੀ ਚਾਹ ਲੈ ਕੇ ਆਪ ਜੀ ਦੇ ਕੋਲ ਆਏ ਹਾਂ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਜਦੋਂ ਤੁਸੀਂ ਆਪਣੇ ਆਪੇ ਨੂੰ ਸੰਭਾਲ ਲਓਗੇ, ਜਦੋਂ ਤੁਸੀਂ ਅਸੂਲਾਂ ਦੇ ਵਿੱਚ ਆ ਜਾਓਗੇ, ਵਾਹਿਗੁਰੂ ਦੀ ਐਸੀ ਬਖਸ਼ਿਸ਼ ਹੋ ਜਾਏਗੀ, ਐਸੀ ਕਿਰਪਾ ਹੋ ਜਾਏਗੀ, ਆਤਮ ਰਸ ਜਿਹ ਜਾਣਿਆ ਸੋ ਹੈ ਖਾਲਸ ਦੇਵ, ਮੋਹ ਮੈਂ ਤੋ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਕਿ ਆਤਮ ਰਸ ਜਿਹ ਜਾਣਿਆ, ਭਾਉ ਜਿਹਨੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਆਪਣੀ ਆਤਮਾ ਦੇ ਵਿੱਚ ਵਸਾ ਦੇ, ਭਾਉ ਜਿਹੜਾ ਬਾਣੀ ਦੇ ਨਾਲ, ਸ਼ਬਦ ਦੇ ਨਾਲ, ਸਿੱਖਿਆ ਦੇ ਨਾਲ ਜ਼ਿੰਦਗੀ ਦੇ ਵਿੱਚ ਜੁੜ ਜਾਂਦਾ ਹੈ, ਸੋ ਹੈ ਖਾਲਸ ਦੇਵ। ਕਹਿਣ ਲੱਗੇ ਉਹ ਖਾਲਸਾ ਮੇਰਾ ਦੇਵ ਹੈ, ਉਸ ਖਾਲਸੇ ਨੂੰ ਮੈਂ ਮੱਥਾ ਟੇਕਣ ਵਾਸਤੇ ਤਿਆਰ ਹਾਂ। ਔਰ ਇਹ ਖਿਆਲ ਰੱਖਣਾ, ਅਗਲੀ ਬੇਨਤੀ ਕੀਤੀ, ਮੋਹ ਮੈਂ ਤੋ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਕਹਿਣ ਲੱਗੇ ਮੇਰੇ ਵਿੱਚ ਤੇ ਵਾਹਿਗੁਰੂ ਮੇਰੇ ਖਾਲਸੇ ਵਿੱਚ ਇੱਕ ਰੰਚਕ ਮਾਤਰ ਵੀ ਭੇਦ ਨਹੀਂ ਹੈ। ਤੁਸੀਂ ਪੜ੍ਹਦੇ ਹੋ, ਜਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਮੈਂ ਦਾਅਵੇ ਨਾਲ ਇਹ ਗੱਲ ਕਹਾਂਗਾ, ਜਿਹੜੇ ਵਾਹਿਗੁਰੂ ਤੈਨੂੰ ਯਾਦ ਕਰਦੇ ਹਨ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਤੇਰੀ ਯਾਦ ਬਣੀ ਹੋਈ ਹੈ,
ਤੁਸੀਂ ਵੇਖੋ ਇਹ ਗੱਲ ਹਮੇਸ਼ਾ ਖਿਆਲ ਰੱਖਣਾ, ਗੁਰੂ ਚੇਲੇ ਦੀ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਨਹੀਂ, ਇਹ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੋ ਚੁੱਕੀ ਹੈ। ਤਾਂ ਹੀ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਸਾਨੂੰ ਰੋਜ਼ ਚੇਤੇ ਕਰਾਉਂਦੇ ਹਨ, ਕਹਿਣ ਲੱਗੇ ਦੁਨੀਆ ਦੇ ਲੋਕੋ ਗੁਰੂ ਇੱਕੋ ਹੀ ਹੈ, ਜੋਤ ਇੱਕੋ ਹੀ ਹੈ, ਸਰੀਰ ਵੱਖਰੇ ਹੋ ਸਕਦੇ ਹਨ। ਅਰੇ ਜਦੋਂ ਮੈਂ ਆਪਣਾ ਪਿਛੋਕੜ ਵੇਖਦਾ ਹਾਂ ਮੈਨੂੰ ਇਹ ਗੱਲ ਚੇਤੇ ਆ ਜਾਂਦੀ ਹੈ ਕਿ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਭ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇੱਥੇ ਵਾਰ ਦਾ ਅਰਥ ਦੇਰ, ਕਿਉਂਕਿ ਵਾਰ ਦੇ ਵੀ ਕਈ ਅਰਥ ਹਨ। ਸੋ ਇੱਥੇ ਗੱਲ ਚੱਲ ਰਹੀ ਹੈ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੁਸੀਂ ਮੇਰੇ ਬਣ ਜਾਓ। ਮੇਰੇ ਬਣਨ ਦਾ ਭਾਵ ਕੀ ਹੈ? ਅਸੂਲਾਂ ਨੂੰ ਅਪਣਾਓ। ਹੁਣ ਤੁਸੀਂ ਵੇਖੋ ਦੁਨੀਆ ਦੀ ਦੌੜ ਤੋਂ ਬੜੀ ਸੌਖੀ ਗੱਲ ਹੈ, ਅਸੀਂ ਮਾਂ-ਬਾਪ ਨੂੰ ਚੰਗੇ ਤੋਂ ਚੰਗੇ ਵਸਤਰ ਵੀ ਦਈਏ, ਚੰਗੇ ਤੋਂ ਚੰਗਾ ਖਾਣ ਪੀਣ ਵਾਸਤੇ ਵੀ ਦਈਏ। ਜੇਕਰ ਬਜ਼ੁਰਗਾਂ ਦੀ ਗੱਲ ਨਾ ਮੰਨੀਏ, ਤੁਸੀਂ ਸਭ ਕੁਝ ਸਮਝਦੇ ਹੋ, ਉਹਨਾਂ ਦੀ ਅਸੀਸ ਸਾਨੂੰ ਮਿਲਦੀ ਨਹੀਂ। ਇਸ ਕਰਕੇ ਸਾਨੂੰ ਆਪਣੇ ਗੁਰੂ ਦੀ ਗੱਲ ਮੰਨਣੀ ਪਵੇਗੀ। ਇੱਕ ਪਾਸੇ ਤਾਂ ਅਸੀਂ ਪੜ੍ਹਦੇ ਹਾਂ ਕਿ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਪਾਲਕ। ਤੇ ਸਾਧ ਸੰਗਤ ਸਾਨੂੰ ਵਿਚਾਰ ਕਰਨੀ ਪਵੇਗੀ। ਜੇਕਰ हे ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸੀਂ ਆਪ ਜੀ ਨੂੰ ਆਪਣਾ ਮਾਂ-ਬਾਪ ਮੰਨੀ ਬੈਠੇ ਹਾਂ, ਔਰ ਸੱਚਾਈ ਹੈ ਰਹਿੰਦੀ ਦੁਨੀਆ ਤੱਕ ਅਸੀਂ ਮੰਨਾਂਗੇ ਤੇ ਸਾਡੇ ਤੇ ਬਖਸ਼ਿਸ਼ਾਂ ਕਰੋ। ਅਸੀਂ ਕੇਵਲ ਵਿਖਾਵੇ ਮਾਤਰ ਤੁਹਾਡੇ ਨਾਲ ਨਾ ਜੁੜੀਏ, ਅਸੀਂ ਰਹਿਣੀ ਦੇ ਵਿੱਚ ਭਾਵੇਂ ਅਸੀਂ ਅਸੂਲਾਂ ਨੂੰ ਵੀ ਅਪਣਾਈਏ। ਮੈਂ ਸੌਖੀ ਗੱਲ ਹੋਰ ਸਮਝਾਵਾਂ, ਗੁਰਮਤਿ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੇ ਬੋਲ ਕਹਿਣ ਲੱਗੇ ਸੰਸਾਰ ਵਿੱਚ ਰਹਿ ਕੇ ਕੇਵਲ ਬਾਣੇ ਨਾਲ ਜਾਂ ਬਾਹਰੀ ਵਿਖਾਵੇ ਨਾਲ ਤੁਸੀਂ ਪਛਾਣ ਨਹੀਂ ਕਰ ਸਕੋਗੇ ਕਿ ਇਹ ਇਨਸਾਨ ਦੀ ਅਸਲੀਅਤ ਕੀ ਹੈ। ਔਰ ਮੈਂ ਹੋਰ ਸੌਖੀ ਬੇਨਤੀ ਕਰਾਂ, ਕਿਸੇ ਮਨੁੱਖ ਦੀ ਪਛਾਣ ਕਰਨੀ ਹੋਵੇ ਤਿੰਨ ਗੱਲਾਂ ਦਾ ਖਿਆਲ ਹਮੇਸ਼ਾ ਰੱਖਣਾ, ਦਸਤਾਰ, ਰਫਤਾਰ ਤੇ ਗੁਫਤਾਰ। ਇਹਦਾ ਬਾਣਾ ਕਿਵੇਂ ਦਾ ਹੈ, ਇਹਦੀ ਗੁਫਤਾਰ ਕਿਵੇਂ ਦੀ ਹੈ, ਇਹਦੀ ਰਫਤਾਰ ਕਿਵੇਂ ਦੀ ਹੈ। ਤੇ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਕਹਿਣ ਲੱਗੇ ਜਿਸ ਤਰ੍ਹਾਂ ਹੰਸ ਵੀ ਤੇ ਬਗਲਾ ਵੀ, ਪੜ੍ਹੇ ਲਿਖੇ ਸੂਝਵਾਨ ਬੈਠੇ ਕਰੋ ਵਿਚਾਰ, ਕਹਿਣ ਲੱਗੇ ਹੰਸ ਵੀ ਤੇ ਬਗਲਾ ਵੀ ਰੰਗ ਚਿੱਟਾ ਹੀ ਹੁੰਦਾ ਹੈ, ਪਰ ਜੇਕਰ ਉਹਨਾਂ ਦੀ ਪਛਾਣ ਕਰੋਗੇ ਤੇ ਉਹਨਾਂ ਦੀ ਨੀਅਤ ਤੋਂ ਪਛਾਣ ਹੁੰਦੀ। ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ, ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਟਾ ਭਾਲਣ ਜਾਵੇ। ਜਿਹੜਾ ਹੰਸ ਹੋਵੇਗਾ ਉਹ ਹਮੇਸ਼ਾ ਹੀ ਹੀਰੇ ਮੋਤੀ ਜਵਾਹਰਾਤ ਹਮੇਸ਼ਾ ਛਕ ਕੇ ਆਪਣੀ ਜ਼ਿੰਦਗੀ ਨੂੰ ਤ੍ਰਿਪਤ ਕਰਦਾ ਹੈ। ਔਰ ਜਿਹੜਾ ਬਗਲਾ ਹੈ ਨਾ, ਉਹ ਹਮੇਸ਼ਾ ਹੀ ਡੱਡੀਆਂ ਮੱਛੀਆਂ ਦੀ ਭਾਲ ਰੱਖਦਾ ਹੈ। ਗੱਲ ਚੱਲ ਰਹੀ ਹੈ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਕੇਵਲ ਕਹਿਣ ਨਾਲ ਮੈਂ ਸਿੱਖ ਹਾਂ, ਕੇਵਲ ਵਿਖਾਵਾ ਕਰਕੇ ਮੈਂ ਸਿੱਖ ਹਾਂ। ਮਹਾਰਾਜ ਕਹਿਣ ਲੱਗੇ ਤੈਨੂੰ ਵਿਚਾਰ ਕਰਨੀ ਪਵੇਗੀ, ਤੈਨੂੰ ਸੋਚਣਾ ਪਵੇਗਾ ਕਿ ਮੇਰੇ ਗੁਰੂ ਨੇ ਮੈਨੂੰ ਇਹ ਗੱਲ ਕਿਉਂ ਆਖੀ ਹੈ। ਫਿਰ ਧਿਆਨ ਦਿਓ, ਕਹਿਣ ਲੱਗੇ ਭਾਈ ਜਿਸ ਤਰ੍ਹਾਂ ਕਿ ਹੰਸ ਤੇ ਬਗਲਾ ਰੰਗ ਚਿੱਟਾ ਹੈ, ਪਰ ਉਹਨਾਂ ਦੀ ਪਛਾਣ ਕਰਨੀ ਹੋਵੇ ਉਹਨਾਂ ਦੀ ਨੀਅਤ ਤੋਂ ਹੁੰਦੀ ਹੈ। ਦੂਜੀ ਉਦਾਹਰਣ ਕੀ ਹੈ, ਕਹਿਣ ਲੱਗੇ ਜਿਸ ਤਰ੍ਹਾਂ ਕਾਂ ਹੈ ਤੇ ਕੋਇਲ ਹੈ, ਰੰਗ ਕਾਲਾ ਹੀ ਹੁੰਦਾ ਹੈ, ਪਰ ਉਹਨਾਂ ਦੀ ਪਛਾਣ ਕਰਨੀ ਹੋਵੇ ਤੇ ਕਿਵੇਂ ਕਰੋਗੇ? ਉਹਨਾਂ ਦੀ ਬੋਲੀ ਤੋਂ ਹੋਏਗੀ। ਜਿਸ ਵੇਲੇ ਕੋਇਲ ਬੋਲਦੀ ਹੈ ਬੰਦਾ ਖੜ ਖੜ ਕੇ ਸੁਣਦਾ ਹੈ, ਜਿਸ ਵੇਲੇ ਕਾਂ ਬੋਲਦਾ ਹੈ ਬੰਦਾ ਪ੍ਰਸ਼ਾਦਾ ਛਕਦਾ ਹੋਇਆ ਵੀ ਉਹਨੂੰ ਉੱਡਣ ਵਾਸਤੇ ਦੌੜਦਾ ਹੈ, ਉਡਾਣ ਵਾਸਤੇ ਉੱਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ। ਤੀਜੀ ਗੱਲ ਭਾਈ ਗੁਰਦਾਸ ਨੇ ਬਖਸ਼ਿਸ਼ਾਂ ਕੀਤੀਆਂ, ਕਹਿਣ ਲੱਗੇ ਖੰਡ ਵੀ ਤੇ ਚੂਰਨ ਵੀ ਰੰਗ ਚਿੱਟਾ ਹੁੰਦਾ ਹੈ, ਪਰ ਇਹਨਾਂ ਦੀ ਪਛਾਣ ਕਰਨੀ ਹੋਵੇ ਤੇ ਕਿਵੇਂ ਪਵੇਗੀ? ਇਹਨਾਂ ਦੇ ਸਵਾਦ ਤੋਂ ਪਵੇਗੀ। ਜਦੋਂ ਤੁਸੀਂ ਖੰਡ ਨੂੰ ਚੱਖੋਗੇ ਆਪੇ ਸਵਾਦ ਦਾ ਪਤਾ ਲੱਗ ਜਾਏਗਾ। ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਐ ਸੰਸਾਰ ਦੇ ਵਿੱਚ ਰਹਿਣੀ ਵੀ ਚਾਹੋ,
ਸਕੂਲ ਦਾ ਨੰਬਰ ਨਹੀਂ ਹੈ ਜਿਸ ਨੰਬਰ ਦੇ ਕਰਕੇ ਉਹਦੀ ਹਾਜ਼ਰੀ ਲੱਗਣੀ ਹੈ ਤੇ ਉਹ ਪ੍ਰੀਖਿਆ ਦੇ ਵਿੱਚ ਨਹੀਂ ਬਹਿ ਸਕਦਾ। ਇਸੇ ਕਰਕੇ ਸਾਖੀਆਂ ਆਪਣੇ ਕੋਲ ਬੜੀਆਂ ਹਨ, ਇਤਿਹਾਸ ਆਪਣੇ ਕੋਲ ਬੜਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੱਲ ਕਿਉਂ ਆਖੀ ਹੈ? ਅਸੀਂ ਕੇਵਲ ਇੱਥੋਂ ਤੱਕ ਹੀ ਗੱਲ ਕਰਕੇ ਰੁਕਣ ਦੀ ਕੋਸ਼ਿਸ਼ ਕਰਦੇ ਹਾਂ ਜੀ ਅਸੀਂ ਸਤਿਗੁਰੂ ਦੇ ਸਿੱਖ ਹਾਂ। ਨਹੀਂ ਸਾਧ ਸੰਗਤ, ਥੋੜੇ ਹੋਰ ਅੱਗੇ ਨੂੰ ਵਧੀਏ। ਮੇਰੇ ਸਤਿਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਕਹਿਣ ਲੱਗੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਕਹਿਣ ਲੱਗੇ ਮੈਨੂੰ ਚਾਹੀਦੀ ਪਿਓਰਿਟੀ, ਮੈਨੂੰ ਚਾਹੀਦੀ ਹੈ ਰਹਿਤ। ਔਰ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ, शर्त आज़ादी की है, आज़ादी किया कुछ पाबंदियाँ, इनका जो पाबंद है असल में वो आज़ाद है। देखो किसी भी असूल में रहोगे थोड़ी पाबंदी तो होती है पर फिर उसका आनंद ही वखरा है। तुसीं देखो जदों गुरु गोबिंद सिंह जी महाराज आनंदपुर साहब नूं छड्ड के चमकौर दी गढ़ी नूं लंघ के माछीवाड़े हुंदे होए मुकतसर दी जंग फतेह करके जदों साबो की तलवंडी पहुंचे ना, साबो की तलवंडी दे भी कौन रहंदा है? उत्थे इलाके का चौधरी है डल्ला। जदों डल्ले दे इलाके दे विच मेरे सतगुरु गए, गल चल रही है रहनी रह सोई सिख मेरा ओ साहिब मैं उसका चेहरा। मेरी हाथ जोड़ के बेनती है, ध्यान नाल सुन के देखना की है। जदों डल्ले दे इलाके दे विच गुरु गोबिंद सिंह जी महाराज गए, मेरे सतगुरु जी दे कोल ना घोड़ा है, ना चोड़ा है, ना बाज है, ना ताज है। सतगुरु जी दे कोल ना फौजा हैं, ना दुनिया भी मौजा हैं। जदों इलाके दे विच गए खबर मिली डल्ले नूं मेरे इलाके दे विच गुरु गोबिंद सिंह जी आए हैं। बड़ी हैरानी दे नाल अपने फौजियों नूं नाल लैके सतगुरु जी दे कोल पेश होया। कहण लगे दीन दुनिया दे मालक मैं बड़ा दुखी हाँ। सच्चाई ये है मेरी हिम्मत नहीं सी पैंदी मैं तुहाडे दरबार दे किवें आवां। सतगुरु मैं इस इलाके दा चौधरी हाँ, जेकर किते तुसीं मैनूं याद कर लैंदे ते तुहानूं आनंदपुर छड्डना ना पैंदा। ख्याल रखना रहनी रह सोई सिख मेरा ओ साहिब मैं उसका चेहरा। डल्ला ये गल कह रहे सतगुरु जेकर तुसीं आनंदपुर साहब भी याद नहीं कीता, किते सरसा दे कंढे मैनूं याद कर लैंदे, तुहाडे परिवार नूं मैं 3 हिस्सिਆਂ ਦੇ ਵਿੱਚ ना वंडण दिंदा। तुसीं वेखो सरसा दे कंढे वो परिवार विछोड़ा गुरुद्वारा अज भी दुनिया नूं ये गल दस रहा कि मैं ओही हाँ जिथों मेरे सतगुरु जी का परिवार 3 हिस्सिਆਂ ਵਿੱਚ गया सी। मतामा भाई मनी सिंह जी दे नाल दिल्ली आईयां सन, वड्डे साहिबजादे पिता जी दे नाल चमकौर गए सन, ते निक्कियां जिंदा ते वड्डे साके दादी माता गुजर कौर जी दे नाल रसोईए दे कोल गए सन, गंगू दे नाल। गल चल रही है केवल जिंदगी दे विच रहनी तो बिना असी असीस नहीं लै सकते। की गल चल रही है? डल्ला अक्सर कहता है सतगुरु मैनूं सेवा का मौका दिओ, मेरे ते तुसीं बख्शिश करो। और ये सच्चाई है। वजीर खान जिहड़ा है सरन दा नवाब वो चिट्ठियां भेज रहे, कहण लगे गुरु गोबिंद सिंह जी नूं मेरे हवाले कर दे, नहीं तो तेरी खैर नहीं। ख्याल रखना रहनी रह सोई सिख मेरा। डल्ले ने अपनी जिंदगी दे विच बड़ी सेवा की और सतगुरु जी दी आसीसां लईआं। अंदरों ये साखी भी तुसीं सुणदे हो और तुहाने कईयां ने दर्शन कीते होणगे, जेकर नहीं ते कदे वेखना तखत साहब ते हर रोज दीवान की समाप्ति तो उपरंत शस्त्रां दे दर्शन कराए जाते हैं। उत्ते सब तो पहला एक बंदूक आउंदी है, जेड़ी बंदूक लाहौर तो आई सी भाई उदय सिंह लैके आए थे। भाई उदय सिंह क्योंकि रहनी रह सोई सिख मेरा। सतगुरु जी कहने लगे मेरा सिख बेशक गरीब है, मेरे सिख दे कोल बेशक दुनिया में महल माड़ियां ना भी होण कोई गल नहीं, पर रहनी विच रवे असूलां विच रवे ते मैं उहदी बांह कदे छड्डण वाला नहीं हाँ। क्योंकि मेरे तो हमेशा एक गल याद रहिंदी है बांह जिन्हां दी पकड़ी है सिर दीजे बांह ना छोड़ी। वेखो ध्यान देओ फिर की है डल्ले ने मेरे सतगुरु दी
बड़ी सेवा की। मुकदी गल जदों बंदूक आई उहदे विच भी डल्ला पास नहीं होया। सतगुरु जी दे वो दो सिख बाबा वीर सिंह ते धीर सिंह, बाबा वीर सिंह ते धीर सिंह प्यो ते पुत्तर सतगुरु जी के सामने खड़ जाते हैं। सतगुरु साढ़े ते निशाना परख लो, क्योंकि सतगुरु मेरा सद प्रतिपाद है, सतगुरु मेरा मान जिवाद है। सतगुरु मारदा नहीं, सतगुरु तो जिंदगी दिंदा है। तुसी वेखो सतगुरु जी ने असीसां बख्शिश कीतियां। मुकदी गल जदों डल्ले की सेवा सतगुरु जी ने प्रवान की, कहन लगे डलिया तू बड़ी सेवा साडी कीती है, मंग ले जो तू जो भी मंगेगा तेरी हर मंग पूरी होगी। उस वेले डल्ले ने की कहा सी, अपने चरणों की भी पीढ़ी जिन्नी थां दे दिओ। उस वेले ख्याल रखना रहनी रह सोई सिख मेरा। उस वेले गुरु गोबिंद सिंह जी महाराज ने की गल आखी सी, कहन लगे डलिया तो दुनियावी पदार्थां नाल साडी बड़ी सेवा कीती है, तैनूं दुनियावी पदार्थां दी सेवा दे बदले जो तू मंगेगा मिलेगा। पर भाई गुरु दे चरणों में, रब दे चरणों में थां ताई मिलती है जदों कोई गुरु वाला बन जाए, जदों गुरु दे सकूल विच ये सिੱਖੀ दे सकूल दे विच दाखल हो जाए। दाखल होने का बहुत समझते हो, खंडे की बहुत शके रहस बहस का धारणी होवे। और ये गल आखे मेरे सतगुरु मैं आनंदपुर का वासी हाँ, गुरु गोबिंद सिंह जी महाराज तुसी मेरे प्यो हो, माता साहब को तो मेरी मां है। सो ये गल्लां क्यों हम कि असी देखो बैसाखी दे संबंध में विचार कर रहे हैं। मेरी हाथ जोड़ के बेनती है, थानू उपदेश नहीं हो रहा, अरे अपनी जिंदगी दे विच विचार करो। ये जिंदगी साडी कितनी चली गई, सोच विचार करते ना रहो। अज ही गुरु महाराज के चरणों में प्रण कर लो, सतगुरु जो उम्र चली गई उन्होंने तो असीं वापस मोड़ नहीं सकते, पर दीन दुनिया के मालका तुसीं जेकर ये गल कह रहे हो कि रहनी रहे सोई सिख मेरा, ओ साहिब मैं उसका चेहरा। ते सतगुरु मैनू अपना सिख बनाओ, मैनू अपने चरणों नाल जोड़ लो, और मैनू अपनी जिंदगी दे विच इस गल का एहसास हो जाए कि सतगुरु जी मैं थोड़े सिखी दे सकूल विच अपना दाखला लवां, अपना नाम दिखावां। पाओ की है जदों बंदा सूना ते चलेगा, जदों बंदा मरजाना विच रवेगा, साध संगत उहदे उत्ते बड़ी बख्शिश होंदी है, और ये सच्चाई है। इसे करके गुरु गोबिंद सिंह जी महाराज ने होर बड़ी बख्शिश की। कहन लगे रहत बिना ना सिख यखावे, रहत बिना दर चोटा खावे। तो ख्याल रखना, क्योंकि सतगुरु ने बाणी विच बेअंत वाली गल आखी कि जेड़ा गुरु की गल नहीं मानता, जेड़ा गुरु के दसे हुए रस्ते ते नहीं चलता, वो जिन्ना मर्जी सियाना होवे, पर गुरु महाराज की कह रहे हैं, सो सिख सखा बंधप है भाई, जे गुर के भाने विच आवे, आपने भाने चले भाई, बिछुड़ चोटा खावे। क्योंकि रहनी रह सोई सिख मेरा, ओ साहिब मैं उसका चेहरा। साध संगत करो विचार, बाबा बंदा सिंह बहादुर जी तो बाद सिख कौम के उत्ते ऐसा समा आया सी। कैसा आया सी? घर ते कड्ढे बन रुके, तकरीबन 50 साल 60 साल का ऐसा समा रहा। घर ते कड्ढे बन लुके, बन तज नीर लुकाहे, नीर लुके ते नह बचे कहो सिंह कत जाए। ज्ञानी ज्ञान सिंह पंथ प्रकाश दे विच लिख रहे हैं कि खालसे दे उत्ते ऐसी भीड़ आई, घरों कट देते, कारोबार खत्म हो गए, जंगलों ते भी चले गए, जंगलों अग दे नाल साड़ देता। खालसा फिर पानी दे कंढे चला गया। पढ़े लिखे बैठे हो, पानी डूंगा भी हो सकता है, पानी ठंडा गर्म भी हो सकता है, बंदा कितना कुछ पानी बीच रवेगा। ज्ञानी ज्ञान सिंह जी कहन लगे ऐसे माहौल दे विच भी गुरु के खालसे ने बस एको प्रण किया। कहन लगे सतगुरु
मेरी जान जाए ते जाए पर मेरा सिखी सिदक ना जाए। क्योंकि ये गल्लां केवल सुनाण वास्ते नहीं है, केवल किसी नूं प्रचार कर उपदेश करने की लोड़ नहीं है। मैं फिर बेनती करा, हर गुरु का सिख प्रचारक है, हर गुरु का सिख गुरु के नेड़े होवे। क्योंकि सानू ये बख्शिश की है, तिनको क्या उपदेसी है जिन गुरु नानक देव। तुहानू उपदेश करने की लोड़ नहीं है, तुसी सब कुछ समझते हो। बस मेरी हाथ जोड़ के कोई बेनती है, गुरु गोबिंद सिंह जी महाराज ने साढ़े ते बड़े परोपकार किए हैं। हे गुरु गोबिंद सिंह जी महाराज, ऐसे करोड़ों भी जीवन सानू मिल जान, सतगुरु असीं तुहाडी देन नहीं दे सकते, पर साढ़े ते ऐसी बख्शिश करो, सानू एक खंडे की दात, सानू अमृत की दात आप बख्शिश कर दो। क्योंकि ख्याल रखना, जदों मन अंदरों तैयार होवेगा तां ही बंदा ये बेनती कर सकता है कि अमृत नाम निधान है, मिल पीवो भाई। क्योंकि साध संगत मैं फिर बेनती करा, जदों तुसी सतगुरु जी के असूलों के विच रह के जिंदगी नूं जीवोगे, सतगुरु सानू कितना मान देणगे। तुसी वेखो, सके खालसा मेरो रूप है खास, खालसे मैं हूं करूंगे। इथों तक है कि इस खालसा जेड़ा है वो मेरा गुरु भी है, खालसा मेरा पिंड भी है, खालसा मेरी जान की जान भी है। सो ये गल्लां क्यों कीतियां हैं? सतगुरु ने बख्शिश की थी, कहण लगे भाई संसार विच रहो, दुनिया भी अपने कारोबार करो, चढ़दी कला दे विच रहो, पर दोवें हाथ जोड़ के अरदास करे करो, सतगुरु मैनू अपने धर्म दे विच परपक्क बनाओ। क्योंकि तुसी वेखो, असीं रोज अरदास करते हैं, सिੱਖੀ केसां सुआसां नाल निभाई। उन्हां वल जदों असीं ध्यान करांगे, सानू जरूर अपने विरसे की याद आएगी कि सतगुरु मैं संसार विच रह के तुहाडे तो बेमुख नहीं होना। क्योंकि साध संगत फिर गल वही आ जाती है, कहने लगे रहनी रह सोई सिख मेरा, ओ साहिब मैं उसका चेला। एक गल गुरु गोबिंद सिंह जी महाराज ने क्यों आखी? इस करके आखी है, तुसी गुरु नानक साहब को गल शुरू कर दो। तुहाडे सामने इतिहास है, सतगुरु जी ने पुत्रां नूं तरजीह नहीं दी। भाई लहना जी गुरु का रूप बन गए। गुरु नानक देव जी महाराज ने गल कह दी, बाबा मड़ी ना गोर गुर अंगद के हिए में। गोड़ का अर्थ होता है कबला। कहने लगे किते मड़ियां मसाणा विच किते जाण की लोड़ नहीं। अरे गुरु नानक का गुरु अंगद देव जी के हिरदे दे विच मौजूद है। क्योंकि रहनी रह सोई सिख मेरा। भाई लैणा जी ने अपने गुरु के असूलों के उत्ते पहरा दिता। गुरु नानक देव जी महाराज जी की हर गल अपने जीवन में प्रवान की। साखियां तुसी सब जानते हो, बेशक वो रीठे की गल सी, बेशक वो चिकड़ दे विच भाड़ा कट्टण की गल सी, बेशक धर्मशाला दे विच मरी हुई जिहड़ी चूही सी उन्होंने बाहर कड्ढण की गल सी, बेशक मुर्दा खाण की गल सी। वेखो भाई लैणा जी गुरु नानक देव जी के सिख सतगुरु जी की हर गल प्रवान कर रहे। सच्चाई पता की है? गुरबाणी भी इस गल को मनती है कि असी इन्ने सियाने हो गए हाँ, सानू कई बारी अपने ज्ञान के उत्ते इन्ना मान हो गए, असी तो गुरु नूं भी सलाहां देण तो संकोच नहीं करते। ख्याल रखना, जिंदगी दे विच जदों तक साडे कोल सियाणप होवेगी, रब की बख्शिश तो असीं वांझे रवांगे। ये बेअंत वाली बाणी विच ये गल आखी है, सियाणप ना विखाओ। गुरु तो सियाणे नहीं हो सकते, सियाणपां थोड़ियां नहीं सन। बाबा श्री चंद दियां लक्ष्मी दास दियां सियाणपां साडे सामने। उस तो बाद तुसीं वेखो बाबा अमरदास जी जदों गुरु अंगद देव जी महाराज की शरण विच आए ते रहनी दे विच रहे, असूलां दे विच रहे, सतगुरु जी की मर्यादा दे विच रहे। ते तुसीं वेखो ऐ संसार दे विच इतिहास तो तुसीं जाणू हो, जिन्हां नूं लोकी कहंदे सी अमरू निथावां है। मैं हाथ जोड़ के बेनती करा, जदों तक
ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਹੀ ਅਰਦਾਸ ਹੁੰਦੀ ਹੈ ਨਾ। ਲੋਕੀ ਕਹਿੰਦੇ ਸੀ ਅਮਰੂ ਨਿਥਾਵਾਂ ਹੋਵੇਗਾ, ਪਰ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ ਮੇਰੀ ਬੇਨਤੀ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਕਿਉਂਕਿ ਰਹਿਣੀ ਰਹਿ ਸੋਈ ਸਿੱਖ ਮੇਰਾ। ਇਹ ਵੇਖੋ, ਮੈਂ ਫਿਰ ਬੇਨਤੀ ਕਰਾਂ, ਜ਼ਿੰਦਗੀ ਦੇ ਵਿੱਚ ਇਹ ਬਿਲਕੁਲ ਸੱਚਾਈ ਹੈ। ਕਿਸੇ ਨੂੰ ਬੰਦਾ ਸੁਧਾਰ ਨਹੀਂ ਸਕਦਾ। ਜਿਹੜਾ ਇਨਸਾਨ ਆਪ ਆਪਣੇ ਆਪੇ ਨੂੰ ਨਹੀਂ ਸੁਧਾਰ ਸਕਦਾ, ਉਹ ਦੂਜੇ ਨੂੰ ਕੀ ਸੁਧਾਰੇਗਾ। ਬਾਣੀ ਦੇ ਵਿੱਚ ਬੇਅੰਤ ਵਾਲੀ ਇਸ ਗੱਲ ਦਾ ਜ਼ਿਕਰ ਹੈ, ਜਦੋਂ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਜਦੋਂ ਬੰਦਾ ਸਿਮਰਨ ਨਾਲ, ਬਾਣੀ ਨਾਲ, ਸ਼ਬਦ ਨਾਲ, ਸੰਗਤ ਨਾਲ ਜੁੜੀ ਜਾਂਦਾ ਹੈ, ਇੱਕ ਦਿਨ ਐਸੀ ਕਿਰਪਾ ਹੋ ਜਾਂਦੀ ਹੈ, ਰੰਗ ਲਾਗਤ 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 ਹੈ। ਇਹ ਖਿਆਲ ਰੱਖਣਾ। ਸੋ ਤੁਸੀਂ ਆਖੋ ਜੀ ਮੈਂ ਇੱਕੋ ਦਿਨ ਦੇ ਵਿੱਚ ਪੂਰਾ ਸਿੱਖ ਬਣ ਜਾਵਾਂਗਾ, ਬੜਾ ਔਖਾ ਹੈ। ਪਰ ਰੋਜ਼ ਅਰਦਾਸ ਕਰੋ, ਮੇਰੇ ਸਤਿਗੁਰੂ ਮੇਰੇ ਤੇ ਐਸੀ ਬਖਸ਼ਿਸ਼ ਕਰੋ, ਮੈਂ ਤੁਹਾਡੇ ਭਾਣੇ ਵਿੱਚ ਆਵਾਂ, ਮੈਂ ਤੁਹਾਡੀ ਮਰਜ਼ਾਦਾਂ ਦੇ ਵਿੱਚ ਆਵਾਂ, ਤੁਹਾਡੇ ਅਸੂਲਾਂ ਦੇ ਉੱਤੇ ਮੈਂ ਪੈਰਾ ਦੇਵਾਂ। ਮੈਨੂੰ ਇਸ ਗੱਲ ਦੀ ਸੋਝੀ ਪੈ ਜਾਏ, ਐ ਕੌਮ ਦੇ ਮਲਾਹਾ ਕਿੱਧਰ ਨੂੰ ਜਾ ਰਹੇ ਹੈ, ਹੱਥਾਂ ਵਿੱਚ ਫੜ ਕੇ ਚੱਪੂ ਕਿਸ਼ਤੀ ਨੂੰ ਡੁਬਾ ਦੇ। ਖਿਆਲ ਰੱਖਣਾ, ਜਿਹੜਾ ਸਾਡਾ ਨੌਜਵਾਨ ਵਿਰਸਾ ਹੈ, ਇਹ ਕੌਮ ਦਾ ਮਲਾਹ ਹੁੰਦਾ ਹੈ। ਤੇ ਜੇਕਰ ਅਸੀਂ ਇਸ ਪਾਸੇ ਥੋੜਾ ਧਿਆਨ ਦੇ ਦਈਏ, ਨੌਜਵਾਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰੀਏ, ਕਹਿਣ ਲੱਗੇ ਤੁਹਾਡੇ ਉੱਤੇ ਕੋਈ ਬਹੁਤੀ ਵੱਡੀ ਭੀੜ ਨਹੀਂ ਪਈ, ਅੱਜ ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ, ਤੁਸੀਂ ਆਪਣੇ ਉੱਤੇ ਮਾਣ ਕਰਕੇ ਕਹਿ ਸਕਦੇ ਹੋ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਕਰਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਸਮਝਦੇ ਹੋ ਨਾ। ਸੋ ਇਸ ਕਰਕੇ ਸਾਨੂੰ ਡਰਨ ਦੀ ਲੋੜ ਜਾਂ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਰੱਖਣ ਦੀ ਲੋੜ ਨਹੀਂ, ਜੇਕਰ ਅਸੀਂ ਕੇਸ ਰੱਖਾਂਗੇ ਸਾਡਾ ਕੀ ਹੋ ਜਾਏਗਾ। ਬਿਲਕੁਲ ਨਹੀਂ। ਆਪਣੇ ਗੁਰੂ ਦੇ ਸਨਮੁਖ ਆ ਜਾਓ, ਸੱਚੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਜਾਓ। ਕਹਿਣ ਲੱਗੇ ਆਜੂ ਸਮਝ ਕੱਜ ਵਿਗੜਿਓ ਨਾ, ਕਿਉਂਕਿ ਇਹ ਗੱਲ ਸੱਚਾਈ ਹੈ। ਇੱਕ ਆਮ ਬੰਦਾ ਸੋਚਦਾ ਹੈ ਜੀ ਮੈਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ, ਜਦੋਂ ਤੁਸੀਂ ਇਸ ਗੱਲ ਨੂੰ ਵਿੱਚ ਆਪਣੇ ਮਨ ਦੇ ਵਿੱਚ ਰੱਖਦੇ ਹੋ, ਕਦੇ ਧਿਆਨ ਕਰਕੇ ਵੇਖਣਾ, ਮੇਰਾ ਵੀ ਇਹ ਸੰਸਾਰ ਦੇ ਵਿੱਚ ਇਸ ਗੱਲ ਦੀ ਵਿਚਾਰ ਨੂੰ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਰੱਖਣਾ ਕਿ ਇਹ ਸੰਸਾਰ ਵਿੱਚ ਮੈਂ ਕਿੰਨੇ ਤੁਹਾਡੇ ਵਾਸਤੇ ਦੁੱਖ ਚੱਲਦੇ ਆ। ਕੋਈ ਥੋੜਾ ਕੰਮ ਨਹੀਂ ਸੀ, ਬਹੁਤ ਔਖਾ ਸੀ, ਪਰ ਇੱਥੇ ਗੱਲ ਇਹ ਚੱਲ ਰਹੀ ਹੈ। ਕਹਿਣ ਲੱਗੇ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾਂ ਖਾਵੇ। ਮੈਂ ਫਿਰ ਹੱਥ ਜੋੜ ਕੇ ਪਤਾ ਬੇਨਤੀ ਕਿਉਂ ਕਰਾਂ, ਇਹ ਜ਼ਿੰਦਗੀ ਮੁੜ ਕੇ ਨਹੀਂ ਮਿਲਦੀ। ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਪੁਕਾਰ ਕੇ ਬੇਨਤੀਆਂ ਕੀਤੀਆਂ ਹਨ, ਸੰਸਾਰ ਵਿੱਚ ਆਏ ਹੋ ਗੁਰੂ ਦੇ ਸਨਮੁਖ ਹੋ ਕੇ ਜਾਓ। ਜਦੋਂ ਗੁਰੂ ਤੋਂ ਇਨਸਾਨ ਬੇਮੁਖ ਹੋ ਕੇ ਜਾਂਦਾ ਹੈ, ਮਹਾਰਾਜ ਕਹਿਣ ਲੱਗੇ ਫਿਰ ਉਹਦਾ ਹਸਨ, ਉਹਦੀ ਸੱਚਾਈ ਬਾਣੀ ਦੇ ਵੀ ਦੱਸੀ ਹੈ। ਪਰ ਮੈਂ ਫਿਰ ਬੇਨਤੀ ਕਰਾਂ, ਗੁਰੂ ਮਹਾਰਾਜ ਨੇ ਫਿਰ ਇਹ ਗੱਲ ਆਖੀ ਹੈ, ਤੁਸੀਂ ਕਿਸੇ ਨੂੰ ਵੀ ਡੰਡੇ ਦੇ ਜ਼ੋਰ ਨਾਲ ਜਾਂ ਕੋਈ ਇਸ ਤਰ੍ਹਾਂ ਦੀ ਚੇਤਾਵਨੀ ਦੇ ਕੇ ਤੁਸੀਂ ਸੁਧਾਰ ਨਹੀਂ ਸਕਦੇ। ਵੇਖੋ ਹੌਲੀ ਹੌਲੀ, ਹੁਣ ਜਿਸ ਤਰ੍ਹਾਂ ਸੋਨਾ ਹੈ ਜਾਂ ਲੋਹਾ ਹੈ, ਤੁਸੀਂ ਉਹਨੂੰ ਬਿਨਾਂ ਗਰਮ ਕੀਤੇ ਉਹਦੇ ਜੀਵਨ ਨੂੰ ਘੜ ਨਹੀਂ ਸਕਦੇ। ਮੈਂ ਹੱਥ ਜੋੜ ਕੇ ਬੇਨਤੀ ਪਤਾ ਕਿਉਂ ਕਰਾਂ, ਅਸੀਂ ਇੱਕ ਦਿਨ ਦੇ ਵਿੱਚ ਕਿਸੇ ਦਾ ਮਨ ਇੱਕਦਮ ਨਹੀਂ ਮੋੜ ਸਕਦੇ ਜੀ ਅੱਜ ਵੈਸਾਖੀ ਹੈ, ਤੁਸੀਂ ਅੰਮ੍ਰਿਤ ਛਕੋ ਤੇ ਖੰਡੇ ਦੀ ਪਹੁਲ ਲੈ ਕੇ ਸਿੰਘ ਸਜਾਓ। ਨਹੀਂ, ਸਾਧ ਸੰਗਤ ਵੇਸ਼ ਬਣਾਉਣਾ ਪੈਂਦਾ ਹੈ। ਪੜ੍ਹੇ ਲਿਖੇ ਬੈਠੇ ਵੇਖੋ ਹਰ ਚੀਜ਼ ਨੂੰ ਸਮਾਂ ਲੱਗਦਾ ਹੈ, ਬਿਲਡਿੰਗ ਇੱਕਦਮ ਤਿਆਰ ਨਹੀਂ ਨਾ ਹੁੰਦੀ। ਹੁਣ ਮੇਰੇ ਵਰਗਾ ਇੱਕ ਦੋ ਦਿਨ ਦੇ ਵਿੱਚ ਆਵੇ ਤੇ ਦੋ ਚਾਰ ਗੱਲਾਂ ਕਰਕੇ ਚਲਾ ਜਾਏ, ਆਖੇ ਜੀ ਮੇਰੀ ਗੱਲ ਦਾ ਦੱਸਣ ਨਹੀਂ, ਵੇਸ਼ ਬਣਾਉਣਾ ਪਏਗਾ। ਹੌਲੀ ਹੌਲੀ ਲੱਗੇ ਰਹੋ, ਪਹਿਲਾਂ ਤਾਂ ਪਿਆਰ ਨਾਲ, ਕਿਉਂਕਿ ਜਿਹੜਾ ਕੰਮ ਪਿਆਰ ਨਾਲ ਹੋ ਸਕਦਾ ਹੈ ਅੱਜ ਤੱਕ ਡੰਡੇ ਦੇ ਜ਼ੋਰ ਨਾਲ ਕਿਸੇ ਦੇ ਨਾਲ ਨਹੀਂ ਹੋਇਆ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਪਿਆਰ ਨਾਲ ਸਮਝਾਉਂਦੇ ਆ, ਕਹਿਣ ਲੱਗੇ ਭਾਈ ਤੂੰ ਮੇਰਾ ਤੂੰ ਬੱਚਾ, ਮੈਂ ਤੈਨੂੰ ਬੜਾ ਪਿਆਰ ਕਰਦਾ, ਤੂੰ ਮੇਰੇ ਕੋਲ ਆ ਤਾਂ ਸਹੀ, ਤੈਨੂੰ
परेशानी की है? अरे जेकर माँ बाप बड़े प्यार नाल बच्चे की परेशानी पूछ लैन तो बच्चा कई बार सुधर भी जाता है। तो जेकर एक तो खुद ही बिगड़े होर उहदे उत्ते तुसीं इस तरह चेतावनियां लाओ, वो आखेगा मैनूं की लोड़ है। असीं सच पुछो ना, अमृत नूं असीं इन्ना औखा करके पेश किया, जेकर तुसीं अमृत छक लिया तुहानूं ये भी छड्डना पेगा, तुहानूं ये भी नहीं करना पेगा। गुरु ग्रंथ साहिब जी महाराज की बाणी की मैं गल कर रहा हाँ, सबनों मैं हाथ जोड़ के बेनती कर, बाणी दे विच जिक्र है, ना तुहानूं खाण की कोई पाबंदी है, ना तुहानूं पाण की कोई पाबंदी है। अरे ये तो दर ही ऐसा है, इत्थे तो यह गल सिखाई जाती है, नानक सतगुर भेटे पूरी होवे जुगत, हसंदियां खेलंदियां पैनंदियां खवंदियां बिचे होवे मुगत। बिल्कुल डरन की लोड़ नहीं। अमृत छक के साडे कोल पता नहीं की पाबंदियां हो जाणगियां, साडे कोल जी अमृत की संभाल नहीं होनी। इत्थे आके बंदा अटक जाता है। ते आम बंदा कहता जेकर इन्नियां पाबंदियां हैगियां ते मैं क्यों एवें इस संसार विच रह के मैं इन्नियां पाबंदियां विच आवां, मैं तो बड़ा सौखा हाँ, सवेरे काम ते जांदा हाँ ते शामी आ जांदा। नहीं, ये ख्याल रखना, जदों असीं कसूर दे विच आ जावांगे अमृत सानू बचाएगा। देखो पंजां दी गल है ना, पंज ककार हन, पंज तत्व भी हन, रोज तुसीं पढ़दे हो, पंज परवान पंज प्रधान, पंजे पावै दरगह मान, पंजे सोहै दर राजान, क्योंकि पंचां का गुर एक दिया। हुण तुसीं वेखो पंज करके हन, केस कड़ा कंगा किरपान ते कछहरा। जेकर उन्हां दी फिलासफी वल तुसीं वेखो तुहानूं तकरीबन ये गल्लां सबनूं पता है कि केसां दी जिंदगी दे विच बड़ी महानता है। और मैं फिर बेनती करां, किसी भी धर्म का इतिहास पढ़ के वेख लेना, जिन्ने भी धर्मां दे आगू होए हन, जिन्ने भी सत्कार जोग इंसान दुनिया दे विच होए हन, जिन्हां ने जिंदगी दे विच वड्डियां मल्लां मारियां हन, कदे ध्यान नाल पड़चोल करके देखना, सब केसाधारी होए हन। क्योंकि केसां दी बड़ी महानता है। और ये सच्चाई है कि केसाधारी इंसान दी सोच दे विच भी वाहिगुरू दी बख्शिश नाल बड़ी रहमत हुंदी है। दूजी गल सतगुरु ने इत्थे बख्शिश कीती, कहण लगे जदों तुसीं पंच बन जाओगे। हुण पंच की है? वही पंज गुणां दी गल है, जिहदे विच सत संतोख दया धर्म ते खिमा होएगी, ओही इंसान रहणी विच रह सकदा है। जिहदे कोल सच होएगा, जिहदे कोल खिमा सबक संतोख होएगा। ये गल्लां मेरे सतगुरु ने क्यों कीतियां? इस गल के कीतियां हन कि असीं केवल एक पक्ष लैके जदों दुनिया दे विच विचरदे हां ते आम बंदा कहंदा भी मेरे वास्ते पाबंदियां सैनियां बर्दाश्त तो बाहर नहीं। गुरु ग्रंथ साहिब जी महाराज ने बख्शिश की थी। तुसीं वेखो ये बोल तुसीं सब पढ़ते हो ना, कईयां नूं तुहानूं याद होणगे, जो तो प्रेम खेलण का चाहो, सिर धर तली गली में आओ, इत मार्ग पैर धरी जै, सिर दीजै कान ना कीजै। इत्थे गुरु नानक साहब ने कोई पाबंदी नहीं लाई, कोई डरावा नहीं देता। इत्थे बड़े प्यार नाल एक गल चेते करवाई है, जिस तरह कि जेकर तैनूं प्रेमा भगती ना पांदी बनना है, जेकर रब दी असीस लैनी है, ते भाई अपना हंकार मार के, अपना गुमान मार के, अपनियां सियाणपां छड्ड के गुरु दे दर ते आ जा। ते ताई असीं पढ़दे आ ना, तजो सियाणप सुरजनो सिमरो हर हर राए, एक आस हर मन रखो, नानक दुख परम हो जाए। गल की चल रही है? रैनी रह सोई सिख मेरा, ओ साहिब मैं उसका चेहरा। इत्थे गुरु अर्जन देव जी महाराज ने की गल आखी? कहण लगे सियाणपां छड्ड के भाई वाहिगुरू दे चरनां विच आओ और दोवें हाथ जोड़ के अरदास करो, सतगुरु मेरे ते ऐसी बख्शिश करो, मेरे ते ऐसी कृपा करो कि मैनू जो मेरियां पिछलियां भुलां हन उन्हां नूं बख्श दो ते अगे
ਸੰਸਾਰ ਵਿੱਚ ਜਿੰਨੀ ਤੁਸੀਂ ਪੜਚੋਲ ਕਰੋਗੇ ਉਨੀ ਹੋਰ ਬਖਸ਼ਿਸ਼ ਹੋਏਗੀ। ਜਦੋਂ ਤੁਸੀਂ ਤਰੀਕੇ ਨਾਲ ਸਿੱਖ ਧਰਮ ਦੀ ਅਮੀਰੀ ਦੇ ਇਸ ਵਿਰਸੇ ਨੂੰ ਜਦੋਂ ਤੁਸੀਂ ਪਿਆਰ ਨਾਲ ਸਮਝਾਓ, ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿ ਰਿਹਾ ਹਾਂ, ਕੋਈ ਮੈਂ ਬਹੁਤੀ ਵੱਡੀ ਹੰਕਾਰਵਾਦੀ ਗੱਲ ਨਹੀਂ। ਪਿਛਲੇ ਵਾਰੀ ਇੱਥੋਂ ਮੈਂ ਜਦੋਂ ਸਿੰਗਾਪੁਰ ਗਿਆ ਸੀ ਨਾ, ਸਿੰਗਾਪੁਰ ਦੇ ਵਿੱਚ ਇੱਕ ਚੀਨਾ ਸਰਦਾਰ ਬਣਿਆ, ਚੀਨਾ ਸਰਦਾਰ ਬਣਿਆ, ਗੁਰਪਾਲ ਸਿੰਘ ਨਾਮ ਹੈ। ਉਹ ਫਿਰ ਇੰਡੀਆ ਗਿਆ, ਦਾਸ ਦੇ ਘਰ ਰਹੇ, ਉਹਨੂੰ ਫਿਰ ਉੱਥੇ ਪੂਰੀ ਦਿੱਲੀ ਦੇ ਗੁਰਦੁਆਰੇ, ਅੰਮ੍ਰਿਤਸਰ ਪੂਰੇ 15 ਦਿਨ ਉੱਥੇ ਘੁਮਾਇਆ। ਤੁਸੀਂ ਮੰਨੋਗੇ ਗੁਰੂ ਦੀ ਚਰਨ ਹਜ਼ੂਰੀ ਬੈਠੇ ਆ, ਜਦੋਂ ਤੁਸੀਂ ਪਿਆਰ ਨਾਲ ਕਿਸੇ ਨੂੰ ਸਮਝਾਓਗੇ ਬੜਾ ਅਸਰ ਹੋਏਗਾ। ਜਦੋਂ ਚੇਤਾਵਨੀਆਂ ਦਿਓਗੇ, ਪਾਬੰਦੀਆਂ ਦੱਸੋਗੇ, ਲੋਕੀ ਡਰ ਜਾਣਗੇ। ਅਰੇ ਮੈਂ ਬਹੁਤੀ ਵੱਡੀ ਗੱਲ ਨਾ ਕਰਾਂ, ਤੁਹਾਨੂੰ ਅੱਜ ਵੀ ਬਹੁਤ ਲੋਕ ਐਸੇ ਮਿਲ ਜਾਣਗੇ ਜਿਹੜੇ ਦੂਜੇ ਧਰਮਾਂ ਤੋਂ ਆ ਕੇ ਨਾ ਸਿੱਖ ਸੱਜ ਕੇ ਔਰ ਗੁਰੂ ਦਾ ਪ੍ਰਚਾਰ ਕਰ ਰਹੇ ਹਨ। ਮੈਂ ਗੁਰੂ ਦੀ ਹਜ਼ੂਰੀ ਬੈਠਾ ਹਾਂ, ਮੈਂ ਖੁਦ ਹਿੰਦੂ ਧਰਮ ਤੋਂ ਤਬਦੀਲ ਹੋ ਕੇ ਮੈਂ ਸਿੱਖ ਬਣਿਆ। ਔਰ ਬਹੁਤੇ ਦਿਨ ਦੀ ਗੱਲ ਨਹੀਂ ਹੈ, ਬਹੁਤੇ ਸਾਲਾਂ ਦੀ ਗੱਲ ਨਹੀਂ ਹੈ, ਇਹ ਤਕਰੀਬਨ ਵੀਰ ਜੀ 2000 ਦੀ ਗੱਲ ਹੈ। ਕਿੰਨੇ ਦਿਨ ਹੋਏ ਨੇ? 14 ਹੀ ਸਾਲ ਹੋਏ ਨਾ। ਮੈਂ ਪਹਿਲਾਂ ਹਿੰਦੂ ਧਰਮ ਦੇ ਵਿੱਚ ਸੀ। ਸੋ ਮੇਰੀ ਬੇਨਤੀ ਇਹ ਹੈ, ਜੇਕਰ ਤਰੀਕੇ ਨਾਲ ਤੁਸੀਂ ਸਮਝਾਓਗੇ ਅਸਰ ਹੋ ਜਾਏਗਾ। ਔਰ ਮੈਂ ਫਿਰ ਝੋਲੀ ਅੱਡ ਕੇ ਤੁਹਾਨੂੰ ਬੇਨਤੀ ਕਰਦਾ ਹਾਂ, ਬੜਾ ਅਮੀਰ ਵਿਰਸਾ ਹੈ, ਬੜਾ ਅਮੀਰ ਵਿਰਸਾ ਹੈ। ਆਪਣੇ ਘਰ ਆ ਜਾਓ, ਆਪਣੇ ਘਰ ਵਿੱਚ ਜਾਓ, ਆਵਾਜ਼ਾਂ ਦਿਓ, ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਵੇਖੋ ਹੋ ਜਾਂਦੀ ਹੈ ਮੁੱਲ। ਹੋ ਜਿਨ੍ਹਾਂ ਨੌਜਵਾਨਾਂ ਦੇ ਕੋਲ ਜਾਂ ਕਿਸੇ ਦੇ ਕੋਲ ਵੀ ਕੋਈ ਉਹਨੂੰ ਪੁੱਛੋ ਤਾਂ ਸਹੀ ਨਾ, ਵੀ ਤੇਰੀ ਪਰੇਸ਼ਾਨੀ ਕੀ ਸੀ। ਵੇਖੋ ਕੋਈ ਵੀ ਕੰਮ ਇਨਸਾਨ ਕਰੇਗਾ ਨਾ, ਅਸੀਂ ਨਾ ਬੜੀ ਛੇਤੀ ਗੱਲਾਂ ਕਰਕੇ ਆਪਣਾ ਪਾਸੇ ਹੋ ਜਾਂਦੇ ਹਾਂ। ਮੈਂ ਫਿਰ ਬੇਨਤੀ ਕਰਾਂ ਹੱਥ ਜੋੜ ਕੇ, ਜੇਕਰ ਜਿਸ ਇਨਸਾਨ ਨੇ ਕੰਮ ਕੀਤਾ ਹੈ, ਕੇਸਾਂ ਦੀ ਬੇਅਦਬੀ ਕੀਤੀ ਹੈ ਜਾਂ ਕੋਈ ਕੁਰਹਿਤ ਕੀਤੀ ਹੈ ਨਾ, ਸਿਆਣੇ ਬੰਦੇ ਹੋ ਕੇ 2-4 ਉਹਦੇ ਪਹਿਲਾਂ ਘਰ ਜਾਓ, ਉਹਨੂੰ ਪੁੱਛੋ ਤਰੀਕੇ ਦੇ ਨਾਲ ਕਿ ਤੇਰੇ ਨਾਲ ਕੀ ਪਰੇਸ਼ਾਨੀ ਸੀ ਜਾਂ ਕੀ ਕੁਝ ਹੋ ਸਕਦਾ ਹੈ। ਜੇਕਰ ਕੋਈ ਹੋ ਸਕਦਾ ਤੇ ਕਿਉਂ ਨਾ ਕਰੀਏ। ਇਸੇ ਤਰੀਕੇ ਨਾਲ ਪ੍ਰਚਾਰ ਦਾ ਸਭ ਤੋਂ ਸੌਖਾ ਢੰਗ ਹੈ। ਦਿੱਲੀ ਦੇ ਵਿੱਚ ਮਿਲਦੀ ਅਸੀਂ ਇਸ ਤਰ੍ਹਾਂ ਦੀ ਟੀਮ ਬਣਾਈ ਹੈ। ਅਸੀਂ ਕੀ ਕਰਦੇ ਹਾਂ, ਪਹਿਲਾਂ ਉਹਦੇ ਘਰ ਜਾਵਾਂਗੇ, ਪੁੱਛਾਂਗੇ ਵੀ ਕਾਰਨ ਕੀ ਸੀ, ਤੇਰੀ ਸੰਗਤ ਮਾੜੀ ਸੀ ਜਾਂ ਤੈਨੂੰ ਕੋਈ ਹੋਰ ਪਰੇਸ਼ਾਨੀ ਸੀ ਜਾਂ ਤੇਰੀ ਦਰਦ ਨੂੰ ਕੋਈ ਪਰੇਸ਼ਾਨੀ ਦੱਸ। ਤੇ ਐਸੀ ਕੋਈ ਪਰੇਸ਼ਾਨੀ ਨਹੀਂ ਜਿਹੜੀ ਹੱਲ ਨਾ ਹੋ ਸਕੇ। ਗੁਰੂ ਮਹਾਰਾਜ ਦੇ ਕੋਲ ਬਹਿ ਕੇ ਮੈਂ ਬੇਨਤੀ ਕਰ ਰਿਹਾ ਹਾਂ, ਕੋਈ ਐਸਾ ਅਰੇ ਅੱਜ ਤਾਂ ਅਸੀਂ ਆਜ਼ਾਦ ਹਾਂ, ਸਾਡੇ ਉੱਤੇ ਕੋਈ ਪਾਬੰਦੀਆਂ ਨਹੀਂ ਹੈਗੀਆਂ। ਕਈ ਵਾਰੀ ਕੀ ਹੁੰਦਾ, ਜਦ ਸੰਗਤ ਮਾੜੀ ਮਿਲ ਜਾਂਦੀ ਹੈ, ਜਾਂ ਬੰਦਾ ਫੈਸ਼ਨ ਪ੍ਰਸਤੀ ਦੇ ਵਿੱਚ, ਜਾਂ ਬੰਦਾ ਵੇਖਾ ਵੇਖੀ ਜੀ ਮੈਨੂੰ ਕੋਈ ਪੁੱਛਣ ਵਾਲਾ ਤਾਂ ਹੈ ਕੋਈ ਨਹੀਂ। ਇਸ ਕਰਕੇ ਨਾ ਪਹਿਲਾਂ ਕੋਸ਼ਿਸ਼ ਕਰੋ। ਔਰ ਮੈਨੂੰ ਬੜੀ ਖੁਸ਼ੀ ਹੈ, ਗੁਰੂ ਦੀ ਹਜ਼ੂਰੀ ਵਿੱਚ ਮੈਂ ਗੱਲ ਕਹਿ ਰਿਹਾ ਹਾਂ, ਤੁਸੀਂ ਪਨੀਰੀ ਨੂੰ ਸੰਭਾਲ ਰਹੇ ਹੋ ਨਾ, ਇਹ ਬੜਾ ਚੰਗਾ ਕਰ ਰਹੇ ਹੋ। ਔਰ ਮੈਂ ਫਿਰ ਬੇਨਤੀ ਕਰਾਂ, ਜਦੋਂ ਪਿਆਰ ਨਾਲ ਪੁੱਛੋਗੇ, 4 ਬੰਦੇ ਉੱਤੇ ਘਰ ਜਾਣ, ਉਹ ਸੋਚੇਗਾ ਵੀ ਮੇਰੇ ਕੋਲ 4 ਬੰਦੇ ਚੱਲ ਕੇ ਆਏ ਹਨ, ਇਹਨਾਂ ਦਾ ਇਹ ਕੋਈ ਕਿਸੇ ਕਾਰਨ ਜਦ ਮੇਰੇ ਭਲੇ ਵਾਸਤੇ ਆਏ ਹਨ। ਇਸ ਤਰੀਕੇ ਨਾਲ ਜਦੋਂ ਅਸੀਂ ਪਿਆਰ ਨਾਲ ਸਮਝਾਵਾਂਗੇ ਤੇ ਤਾਂ ਤੇ ਅਗਲੀ ਵੈਸਾਖੀ ਤੇ ਕੁਝ ਹੋ ਸਕਦਾ ਹੈ। ਤੁਸੀਂ ਆਖੋ ਜੀ ਹੁਣੇ ਹੀ ਕੁਝ ਹੋ ਜਾਏਗਾ, ਮੈਂ ਹੱਥ ਜੋੜ ਕੇ ਮਾਫੀ ਮੰਗ ਲਾਂਗਾ। 3 ਦਿਨ ਤੁਹਾਡੀ ਸੇਵਾ ਦਾ ਕੀਤੀ ਹੈ, ਪਰ ਮੈਂ ਫੀਲ ਕੀਤਾ ਹੈ ਔਰ ਮੈਂ ਇਸ ਗੱਲ ਨੂੰ ਸਮਝ ਰਿਹਾ ਹਾਂ ਕਿ ਇਸ ਪਾਸੇ ਬੜੀ ਲੋੜ ਹੈ। ਬੜੇ ਜ਼ਮੀਨੀ ਪੱਧਰ ਤੋਂ ਕੋਸ਼ਿਸ਼ ਕਰਨੀ ਪਏਗੀ, ਡੋਰ ਟੂ ਡੋਰ ਜਾਣਾ ਪਏਗਾ, ਹਮਲਾ ਮਾਰਨਾ ਪਏਗਾ। ਤਾਂ ਹੀ ਵਿਦਵਾਨ ਦੇ ਕੇ ਸਿੰਘੋ ਹੁਣ ਵੇਲਾ ਹੈ ਜਾਗਣ ਦਾ, ਨਾ ਸੁੱਤਿਆਂ ਉਮਰ ਗੁਜ਼ਾਰੋ, ਜੋ ਸੁੱਤੇ ਰਹੇ ਉਹ ਲੁੱਟ ਗਏ, ਹੁਣ ਉੱਠ ਕੇ ਹਮਲਾ ਮਾਰੋ, ਗਿਆ ਵਕਤ ਫਿਰ ਹੱਥ ਨਹੀਂ ਆਉਂਦਾ। ਸਿੱਖ ਜਗਤ ਦੇ ਲੋਕੋ ਰੁੜਦੀ ਜਾ ਰਹੀ ਸਿੱਖੀ ਨੂੰ, ਉਹ ਨਾ ਸਿਆਣਪ ਰੋਕੋ। ਉਹ ਕਹਿ ਰਹੇ ਇਹ ਕੰਮ ਇਹ ਹੋਰ ਕੰਮਾਂ ਦੇ ਵਾਸਤੇ ਵਿਚਾਰ ਕਰ ਲੈਣਾ, ਪਰ ਗੁਰੂ ਸਾਹਿਬ ਦੇ ਲਾਲਾ ਦਾ ਹੁਣ ਚੜਿਆ ਕਰ ਜੋਤਾ ਲੋ। ਵੀਰ ਜੀ ਮੈਂ ਫਿਰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮੈਂ ਬਹਿ ਕੇ ਬੇਨਤੀ ਕਰ ਰਿਹਾ ਹਾਂ, ਜੇਕਰ ਪਿਆਰ ਨਾਲ ਸਮਝਾਓਗੇ ਤੇ ਸਭ ਕੁਝ ਠੀਕ ਹੋ ਸਕਦਾ ਹੈ। ਜੇਕਰ ਚੇਤਾਵਨੀ ਦਿੰਦੇ ਰਹੇ, ਲੋਕਾਂ ਨੂੰ ਡਰਾਵੇ ਦਿੰਦੇ ਰਹੇ ਤੇ ਕੁਝ ਨਹੀਂ ਹੋਣ ਵਾਲਾ। ਸੋ ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਸੇਜ ਨੂੰ ਬੜੇ ਤਰੀਕੇ ਨਾਲ ਸਮਝਾਓ।
ਤੇ ਫਿਰ ਸਭ ਟੁੱਟੇ ਹੋਏ ਵੀ ਜੁੜ ਜਾਂਦੇ ਨੇ। ਪੜ੍ਹਦੇ ਹੋ ਨਾ, ਮੰਨੈ ਮਾਰਗ ਥਾਕ ਨਾ ਪਾਏ, ਜਾਂ ਮੰਨੈ ਮੁਖ ਸਾਲਾਹਣ ਮੰਨ। ਗੁਰੂ ਦੀ ਗੱਲ ਨੂੰ ਧਿਆਨ ਨਾਲ ਸਮਝਾਓ, ਤਰੀਕੇ ਨਾਲ ਸਮਝਾਓ। ਤੇ ਜੇਕਰ ਕਿਸੇ ਦੇ ਕੋਲ ਉਹਨੂੰ ਤੁਸੀਂ ਬਿਲਕੁਲ ਹੀ ਪਿੱਛੇ ਕਰ ਦਿਓਗੇ, ਉਹ ਆਖੇਗਾ ਫਿਰ ਹੁਣ ਤਾਂ ਮੈਂ ਇਹ ਤੋਂ ਬਾਹਰ ਹੋ ਗਿਆ ਨਾ। ਨਹੀਂ, ਗੁਰੂਆਂ ਨੇ ਬਖਸ਼ਿਆ। ਮੈਂ ਬੇਅੰਤ ਸਾਖੀਆਂ ਤੁਹਾਨੂੰ ਦੱਸ ਸਕਦਾ ਹਾਂ, ਪਰ ਸਮੇਂ ਦੀ ਪਾਬੰਦੀ ਖਤਮ ਹੋ ਗਈ। ਬੇਅੰਤ ਸਾਖੀਆਂ ਐਸੀਆਂ ਹੈਗੀਆਂ ਜਿਹੜੇ ਗੁਰੂਆਂ ਨੇ ਫਿਰ ਉਹਨਾਂ ਨੂੰ ਬਖਸ਼ ਦਿਆ, ਫਿਰ ਉਹਨਾਂ ਨੂੰ ਬਖਸ਼ ਦਿਆ। ਕਹਿਣ ਲੱਗੇ ਕੋਈ ਗੱਲ ਨਹੀਂ, ਇਨਸਾਨ ਦੇ ਕੋਲ ਭੁੱਲ ਹੁੰਦੀ ਹੈ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹਰ ਇਨਸਾਨ ਦੇ ਕੋਲ ਭੁੱਲ ਹੋ ਸਕਦੀ ਹੈ, ਪਰ ਮੇਰਾ ਗੁਰੂ ਇੰਨਾ ਬਖਸ਼ਾਂਦਾ ਹੈ। ਕਦੇ ਧਿਆਨ ਕਰਕੇ ਵੇਖੋ, ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਨਾ, ਇਸ ਅਵਸਥਾ ਵਿੱਚ ਆ ਜਾਂਦੇ ਹਨ। ਇਹ ਅਵਸਥਾ ਸਮਝਦੇ ਹੋ ਨਾ ਕਿੰਨੀ ਪਿਆਰ ਦੀ ਹੈ। ਜਦੋਂ ਅਸੀਂ ਕਿਸੇ ਆਪਣੇ ਪਿਆਰੇ ਨੂੰ ਮਿਲਦੇ ਹਾਂ, ਜੱਫੀ ਪਾ ਕੇ ਮਿਲਦੇ ਹਾਂ ਨਾ, ਉਸ ਵੇਲੇ ਮਹਾਰਾਜ ਕਹਿੰਦੇ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਸੋ ਮੈਂ ਕੋਸ਼ਿਸ਼ ਤਾਂ ਬੜੀ ਕੀਤੀ ਹੈ, ਔਰ ਮੈਂ ਇਹ ਅਰਦਾਸ ਕਰਨਾ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸੋਝੀ ਦਿਓ। ਅਸੀਂ ਥੋੜੀ ਦੂਰ ਜਾ ਚੁੱਕੇ ਹਾਂ, ਅਸੀਂ ਬਿਲਕੁਲ ਭਟਕੇ ਤਾਂ ਨਹੀਂ, ਰਸਤਾ ਸਾਡਾ ਥੋੜਾ ਜਿਹਾ ਤਬਦੀਲ ਹੋ ਗਿਆ। ਇਸ ਰਸਤੇ ਨੂੰ ਅਸੀਂ ਸੁਧਾਰ ਸਕਦੇ ਹਾਂ, ਪਰ ਥੋੜਾ ਵੇਸ ਬਣਾਉਣਾ ਪਏਗਾ, ਤਿਆਰੀ ਕਰਨੀ ਪਏਗੀ। ਸੋ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਹਰਾ। ਮੇਰੀ ਇਹੀ ਹੱਥ ਜੋੜ ਕੇ ਬੇਨਤੀ ਮਹਾਰਾਜ, ਸਾਨੂੰ ਸਭ ਨੂੰ ਵੇਖੋ 9 ਦਾਨ ਮੰਗਦੇ ਅਸੀਂ, 9 ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ। ਇਸ ਨਾਲ 9 ਦਾਨ ਮੰਗਦੇ ਹਾਂ। ਸੋ ਬੇਨਤੀ ਇਹੀ ਹੈ ਕਿ ਸਤਿਗੁਰੂ ਮੇਰੇ ਤੇ ਐਸੀ ਬਖਸ਼ਿਸ਼ ਕਰੋ, ਐਸੀ ਕਿਰਪਾ ਕਰੋ। ਟਾਈਮ ਕਿੰਨਾ ਰਹਿ ਗਿਆ? ਹੋ ਗਿਆ ਨਾ? ਹਾਂ, ਮੈਨੂੰ ਟਾਈਮ ਦਾ ਵੀ ਹੁਣ ਧਿਆਨ ਨਹੀਂ ਦੇ